ਪਿਆਰੇ ਬੱਚਿਓ, ਆਪ ਜੀ ਦਾ ਇਸ ਚੈਨਲ 'ਤੇ ਸਵਾਗਤ ਹੈ। ਅੱਜ ਅਸੀਂ ਸ਼ਿਵ ਕੁਮਾਰ ਬਟਾਲਵੀ ਜੀ ਦਾ ਗੀਤ ਪੜ੍ਹਾਂਗੇ, ਜਿਸ ਦੇ ਵਿੱਚ ਉਹਨਾਂ ਨੇ ਬਹੁਤ ਹੀ ਗਮ ਭਰੇ ਗੀਤ ਨੂੰ ਲਿਖਿਆ ਹੈ। ਆਪਣੇ ਗਮ ਨੂੰ, ਵਿਛੋੜੇ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਸ਼ਿਵ ਕੁਮਾਰ ਬਟਾਲਵੀ ਜੀ ਦੀ ਕਵਿਤਾ ਦਰਦ, ਵਿਛੋੜੇ, ਗਮ ਅਤੇ ਪੀੜ ਨਾਲ ਭਿੱਜੀ ਹੋਈ ਹੈ। ਆਪ ਨੇ ਬਿਰਹਾ ਦੀ ਪੀੜ ਨੂੰ ਪੇਸ਼ ਕਰਨ ਲਈ ਉਪਮਾ ਅਲੰਕਾਰ ਲੋਕ ਸੰਸਕ੍ਰਿਤੀ ਵਿੱਚੋਂ ਹੀ ਲਏ ਹਨ। ਇਸ ਗੀਤ ਵਿੱਚ ਕਵੀ ਨੇ ਆਪਣੀ ਪ੍ਰੇਮਿਕਾ ਦੇ ਵਿਛੋੜੇ, ਜੋ ਇਸ ਸੰਸਾਰ ਵਿੱਚ ਨਹੀਂ ਹੈ, ਤੇ ਦੁੱਖ ਤੇ ਹੋਣੀ ਦੁਆਰਾ ਦਿੱਤੀਆਂ ਜਾ ਰਹੀਆਂ ਪੀੜਾਂ ਨੂੰ ਡਾਢੇ ਵਿਸ਼ਾਦ ਭਰੇ ਭਾਵਾਂ ਦੇ ਨਾਲ ਪੇਸ਼ ਕੀਤਾ ਹੈ। ਇਸ ਵਿੱਚ ਉਹਨਾਂ ਨੇ ਗੀਤ ਲਿਖਿਆ ਹੈ ਜੋ ਬਹੁਤ ਹੀ ਦੁੱਖ ਭਰਿਆ ਹੈ, ਜਿਸ ਨੂੰ ਤੁਸੀਂ ਸਮਝੋਗੇ ਔਰ ਮਹਿਸੂਸ ਵੀ ਕਰੋਗੇ। ਤੈਨੂੰ ਦਿਆਂ ਹੰਝੂਆਂ ਦਾ ਪਹਾੜਾ, ਨੀ ਪੀੜਾਂ ਦਾ ਪਰਾਗਾ ਭੁੰਨਦੇ, ਭੱਠੀ ਵਾਲੀਏ, ਭੱਠੀ ਵਾਲੀਏ ਚੰਬੇ ਦੀਏ ਡਾਲੀਏ, ਨੀ ਦੁੱਖਾਂ ਦਾ ਪਰਾਗਾ ਭੁੰਨਦੇ, ਭੱਠੀ ਵਾਲੀਏ। ਬੱਚਿਓ, ਇਸ ਕਵਿਤਾ ਨੂੰ ਸਮਝਣ ਵਾਸਤੇ ਤੁਸੀਂ ਇਹ ਜ਼ਰੂਰ ਪਹਿਲੇ ਆਪਣੇ ਮਨ ਵਿੱਚ ਇੱਕ ਪਿਕਚਰ ਬਣਾਓਗੇ ਕਿ ਭੱਠੀ ਵਾਲੀ ਕੌਣ ਹੈ। ਭੱਠੀ ਵਾਲੀ ਤੁਸੀਂ ਸ਼ਾਇਦ ਅੱਜ ਕੱਲ੍ਹ ਨਹੀਂ ਦੇਖੀ ਹੋਏਗੀ। ਪਹਿਲੇ ਪਿੰਡਾਂ ਦੇ ਵਿੱਚ ਭੱਠੀ ਦੇ ਉੱਤੇ ਦਾਣੇ ਭੁਨਾਏ ਜਾਂਦੇ ਸਨ, ਔਰ ਉਹ ਦਾਣੇ ਜਦੋਂ ਭੱਠੀ ਵਾਲੀ ਭੁੰਨਦੀ ਸੀ ਤਾਂ ਜਿਹੜੇ ਕੋਈ ਦਾਣੇ ਭੁਨਾਉਣ ਜਾਂਦਾ ਸੀ, ਉਸ ਵਿੱਚੋਂ ਇੱਕ ਮੁੱਠ ਉਹ ਰੱਖ ਲੈਂਦੀ ਸੀ ਪਾੜੇ ਦੇ ਰੂਪ ਵਿੱਚ। ਪਾੜਾ ਕੀ ਹੈ ਕਿ ਉਸ ਭੱਠੀ ਦੇ ਵਿੱਚ ਦਾਣੇ ਭੁੰਨਣ ਦਾ ਜੋ ਉਸਨੇ ਪੈਸੇ ਲੈਣੇ ਸੀ, ਉਹ ਦਾਣੇ ਦੇ ਰੂਪ ਵਿੱਚ ਹੀ ਇੱਕ ਮੁੱਠ ਰੱਖ ਲੈਂਦੀ ਸੀ। ਤੇ ਜਦੋਂ ਦਾਣੇ ਭੁੰਨ ਕੇ ਉਹ ਆਪਣੀ ਇੱਕ ਪਲੇਟ ਦੇ ਵਿੱਚ, ਜਿਸ ਵਿੱਚ ਛੇਕ ਕੀਤੇ ਹੋਏ ਹੁੰਦੇ ਸਨ, ਉੱਪਰ ਰੇਤ ਦੇ ਵਿੱਚੋਂ ਬਾਹਰ ਕੱਢਦੀ ਸੀ, ਤਾਂ ਉਸਨੂੰ ਕਹਿੰਦੇ ਸੀ ਪਰਾਗਾ। ਭੱਠੀ ਵਾਲੀ ਨੂੰ ਇਸ ਵਿੱਚ ਕਵੀ ਜਿਹੜਾ ਹੈ ਉਹ ਕਹਿ ਰਿਹਾ ਹੈ ਕਿ ਮੇਰੇ ਦੁੱਖਾਂ ਦਾ ਜਿਹੜਾ ਪਰਾਗਾ ਹੈ ਉਹ ਤੂੰ ਭੁੰਨ ਦੇ। ਤੈਨੂੰ ਦਿਆਂ ਹੰਝੂਆਂ ਦਾ ਪਹਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇ। ਮੇਰੇ ਦੁੱਖਾਂ ਦਾ ਪਰਾਗਾ ਤੂੰ ਇਸ ਭੱਠੀ ਦੇ ਵਿੱਚ ਭੁੰਨ ਦੇ। ਉਸ ਦੇ ਪਹਾੜੇ ਦੇ ਰੂਪ ਵਿੱਚ ਮੈਂ ਤੈਨੂੰ ਕੀ ਦੇਵਾਂਗਾ? ਹੰਝੂਆਂ ਦਾ ਪਹਾੜਾ, ਆਪਣੇ ਹੰਝੂਆਂ ਦਾ ਕਿਰਾਏ ਦੇ ਰੂਪ ਵਿੱਚ, ਉਸ ਦਾਣੇ ਭੁੰਨਣ ਦੇ ਏਵਜ਼ ਦੇ ਰੂਪ ਵਿੱਚ ਮੈਂ ਤੈਨੂੰ ਕੀ ਦੇਵਾਂਗਾ? ਹੰਝੂਆਂ ਦਾ ਪਹਾੜਾ ਦੇਵਾਂਗਾ। ਭੱਠੀ ਵਾਲੀਏ ਚੰਬੇ ਦੀਏ ਡਾਲੀਏ, ਨੀ ਦੁੱਖਾਂ ਦਾ ਪਰਾਗਾ ਭੁੰਨ ਦੇ। ਹੋ ਗਿਆ ਕੁਵੇਲਾ ਮੈਨੂੰ, ਢਲ ਗਈਆਂ ਛਾਵਾਂ ਨੀ, ਬੇਲਿਆਂ ਚੋਂ ਮੁੜ ਆਈਆਂ ਮੱਝੀਆਂ ਤੇ ਗਾਵਾਂ ਨੀ। ਪਾਇਆ ਚਿੜੀਆਂ ਨੇ ਚੀਕ ਚਿਹਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇ, ਭੱਠੀ ਵਾਲੀਏ। ਮੇਰੇ ਇਸ ਦਾਣਿਆਂ ਦੇ ਪਰਾਗੇ ਨੂੰ ਤੂੰ ਜਲਦੀ ਭੁੰਨ ਦੇ, ਮੈਨੂੰ ਬਹੁਤ ਕੁਵੇਲਾ ਹੋ ਗਿਆ ਹੈ। ਛਾਵਾਂ ਜਿਹੜੀਆਂ ਢਲ ਗਈਆਂ, ਸ਼ਾਮ ਪੈ ਗਈ ਹੈ, ਬੇਲਿਆਂ ਦੇ ਵਿੱਚੋਂ ਮੱਝਾਂ ਗਾਵਾਂ ਵੀ ਵਾਪਸ ਮੁੜ ਆਈਆਂ ਹਨ, ਤੇ ਚਿੜੀਆਂ ਜਿਹੜੀਆਂ ਹੈ ਉਹ ਵੀ ਵਾਪਸ ਆਪਣੇ ਘਰਾਂ ਨੂੰ ਆ ਰਹੀਆਂ ਹਨ। ਉਹਨਾਂ ਨੇ ਵੀ ਚੀਖ ਚਿਹਾੜਾ ਪਾ ਦਿੱਤਾ ਹੈ। ਜਦੋਂ ਚਿੜੀਆਂ ਸ਼ਾਮ ਨੂੰ ਡਾਰ ਦੇ ਰੂਪ ਵਿੱਚ ਆਉਂਦੀਆਂ ਤਾਂ ਬਹੁਤ ਸ਼ੋਰ ਪਾਉਂਦੀਆਂ। ਉਸ ਨੂੰ ਕਵੀ ਨੇ ਕਿਹਾ ਹੈ ਕਿ ਚੀਖ ਚਿਹਾੜਾ ਚਿੜੀਆਂ ਨੇ ਵੀ ਪਾਤਾ, ਉਹ ਵੀ ਆਪਣੇ ਘਰ ਵਾਪਸ ਆ ਗਈਆਂ। ਮੇਰੇ ਪੀੜਾਂ ਦਾ ਪਰਾਗਾ ਭੱਠੀ ਵਾਲੀਏ, ਤੂੰ ਜਲਦੀ ਜਲਦੀ ਭੁੰਨ ਦੇ। ਛੇਤੀ ਛੇਤੀ ਕਰੀ, ਮੈਂ ਤੇ ਜਾਣਾ ਬੜੀ ਦੂਰ ਨੀ, ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰ ਨੀ। ਉਸ ਪਿੰਡ ਦਾ ਸੁਣੀਦਾ ਰਾਹ ਮਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇ, ਭੱਠੀ ਵਾਲੀਏ। ਹੁਣ ਇਸ ਵਿੱਚ ਕਵੀ ਕਹਿ ਰਿਹਾ ਹੈ ਕਿ ਭੱਠੀ ਵਾਲੀ ਰੂਪ ਹੋਣੀ ਜਿਹੜੀ ਹੈ, ਤੂੰ ਮੇਰੇ ਪੀੜਾਂ ਦਾ ਪਰਾਗਾ ਜਿਹੜਾ ਹੈ ਉਹ ਛੇਤੀ ਭੁੰਨ ਦੇ। ਮੈਂ ਬਹੁਤ ਦੂਰ ਜਾਣਾ ਹੈ, ਜਿੱਥੇ ਮੇਰੇ ਹਾਣੀ ਜਾਂ ਮੇਰੀ ਹਾਨਣ ਚਲੀ ਗਈ ਹੈ। ਦੁਨੀਆ ਰਹਿੰਦੀ ਤੇ ਉਸ ਪਿੰਡ ਦਾ ਰਾਹ, ਅਰਥਾਤ ਮੌਤ ਦਾ ਰਾਹ ਜਿਹੜਾ ਹੈ ਉਹ ਬਹੁਤ ਮਾੜਾ ਹੈ। ਉਸ ਰਾਹ ਤੇ ਤੁਰ ਜਾਣਾ ਚੰਗੀ ਗੱਲ ਨਹੀਂ, ਪਰ ਕੀ ਹੈ, ਉਸ ਪਿੰਡ ਦਾ ਭਾਵੇਂ ਰਾਹ ਮਾੜਾ ਹੈ, ਫਿਰ ਵੀ ਮੈਂ ਉੱਥੇ ਜਾਣਾ ਹੈ। ਨੀ ਪੀੜਾਂ ਦਾ ਪਰਾਗਾ ਭੁੰਨ ਦੇ, ਭੱਠੀ ਵਾਲੀਏ। ਭੱਠੀ ਵਾਲੀਏ, ਮੈਂ ਤੈਨੂੰ ਹੰਝੂਆਂ ਦਾ ਪਹਾੜਾ ਦੇਵਾਂਗਾ, ਮੇਰੇ ਪੀੜਾਂ ਦਾ ਪਰਾਗਾ ਛੇਤੀ ਭੁੰਨ ਦੇ। ਮੇਰੀ ਵਾਰੀ ਪੱਤਿਆਂ ਦੀ ਪੰਡ ਸਿੱਲੀ ਹੋ ਗਈ, ਮਿੱਟੀ ਦੀ ਕੜਾਹੀ ਤੇਰੀ ਕਾਹਨੂੰ ਪਿੱਲੀ ਹੋ ਗਈ। ਤੇਰੇ ਸੇਕ ਨੂੰ ਕੀ ਵੱਜਿਆ ਦੁਗਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇ, ਭੱਠੀ ਵਾਲੀਏ।
ਹੁਣ ਇਸ ਵਿੱਚ ਕਵੀ ਕਹਿੰਦਾ ਹੈ ਕਿ ਜਦੋਂ ਤੇਰੀ ਭੱਠੀ ਉੱਪਰ ਪੀੜਾਂ ਦੇ ਦਾਣੇ ਭੁੰਨਣ ਦੀ ਮੇਰੀ ਵਾਰੀ ਆਈ ਤਾਂ ਤੇਰੀ ਪੱਤਿਆਂ ਦੀ ਪੰਡ ਜਿਹੜੀ ਸੀ ਉਹ ਗਿੱਲੀ ਹੋ ਗਈ, ਸਿੱਲੀ ਹੋ ਗਈ, ਜਿਸ ਦੇ ਨਾਲ ਕੀ ਸੀ, ਉਹ ਪੱਤਿਆਂ ਨੂੰ ਅੱਗ ਨਹੀਂ ਲੱਗ ਰਹੀ ਸੀ ਤੇ ਤੇਰੀ ਭੱਠੀ ਵਿੱਚ ਅੱਗ ਜਿਹੜੀ ਹੈ ਉਹ ਤੇਜ਼ੀ ਨਾਲ ਬਾਲੀ ਨਹੀਂ ਰਹੀ। ਤੇਰੀ ਮਿੱਟੀ ਦੀ ਕੜਾਹੀ ਜਿਹੜੀ ਸੀ ਉਹ ਪਿੱਲੀ ਹੋ ਗਈ। ਤੇਰੀ ਭੱਠੀ ਹੇਠਲਾ ਸੇਕ ਜਿਹੜਾ ਹੈ ਉਸ ਨੂੰ ਕੀ ਗੋਲੀ ਵੱਜ ਗਈ ਜਦੋਂ ਮੇਰੀ ਵਾਰੀ ਦਾਣੇ ਭੁੰਨਣ ਦੀ ਆਈ। ਤੇਰੇ ਸੇਕ ਨੂੰ ਕੀ ਵੱਜਿਆ ਦੁਗਾੜਾ ਨੀ ਪੀੜਾਂ ਦਾ ਪਰਾਗਾ ਭੁੰਨਦੇ, ਕਿਉਂਕਿ ਜਦੋਂ ਪੱਤੇ ਅੰਦਰ ਭੱਠੀ ਦੇ ਪਾਏ ਜਾਂਦੇ ਹਨ ਤਾਂ ਅੱਗ ਮੱਚਦੀ ਹੈ ਤੇ ਉਸ ਦੇ ਨਾਲ ਹੀ ਦਾਣੇ ਭੁੱਜਦੇ ਹਨ। ਤੇ ਇਸ ਵਿੱਚ ਕਵੀ ਦੁੱਖ ਦੇ ਵਿੱਚ ਕਹਿ ਰਿਹਾ ਕਿ ਜਦੋਂ ਮੇਰੀ ਪੀੜਾਂ ਦੀ ਭੁੰਨਣ ਦੀ ਵਾਰੀ ਆਈ ਤੇ ਉਸ ਵੇਲੇ ਕੀ ਹੋ ਗਿਆ, ਤੇਰਾ ਸੇਕ ਹੀ ਭੱਠੀ ਦਾ ਖਤਮ ਹੋ ਗਿਆ। ਅਰਥਾਤ ਕਵੀ ਕੀ ਕਹਿ ਰਿਹਾ ਹੈ ਕਿ ਤੇਰੇ ਵੱਲੋਂ ਕੀਤੀ ਜਾ ਰਹੀ ਜਿਹੜੀ ਦੇਰ ਹੈ ਉਹ ਮੈਂ ਸਹਿ ਨਹੀਂ ਸਕਦਾ। ਆਪਣੇ ਵੱਲੋਂ ਦਿੱਤੀਆਂ ਜਾ ਰਹੀਆਂ ਪੀੜਾਂ ਨੂੰ ਜਰਾ ਹੋਰ ਤੇਜ਼ ਕਰ ਤਾਂ ਜੋ ਮੈਂ ਛੇਤੀ ਹੀ ਇਹਨਾਂ ਪੀੜਾਂ ਤੋਂ ਛੁਟਕਾਰਾ ਪਾ ਸਕਾਂ। ਲੱਪ ਕੂਏ ਚੁੰਗ ਮੇਰੀ ਮੈਨੂੰ ਪਹਿਲਾਂ ਟੋਰਨੀ, ਕੱਢ ਕੱਚੇ ਰੱਖ ਨਾਨੀ ਰਾੜ ਥੋੜੇ ਹੋਰ ਨੀ, ਕਰਾਂ ਮਿੰਨਤਾਂ ਮੁਕਾ ਦੇ ਨੀ ਪੁਆੜਾ, ਨੀ ਪੀੜਾਂ ਦਾ ਪੁਰਾਗਾ ਭੁੰਨਦੇ ਭੱਠੀ ਵਾਲੀਏ। ਹੁਣ ਇਸ 'ਚ ਕਵੀ ਕਹਿ ਰਿਹਾ ਕਿ ਹੇ ਭੱਠੀ ਵਾਲੀਏ, ਮੇਰਾ ਕੰਮ ਬਹੁਤ ਨਹੀਂ, ਇੱਕ ਲੱਪ ਕੁ ਥੋੜ੍ਹਾ ਜਿਹਾ ਹੀ ਮੇਰਾ ਪਰਾਗਾ ਹੈ ਜਿਹੜਾ ਤੂੰ ਭੁੰਨਣਾ ਹੈ, ਇਸ ਲਈ ਤੂੰ ਮੈਨੂੰ ਪਹਿਲਾਂ ਤੋਰ ਦੇ। ਮੇਰੇ ਪੀੜਾਂ ਰੂਪ ਦਾਣਿਆਂ ਨੂੰ ਕੱਚੇ ਨਾ ਰੱਖ, ਇਹਨਾਂ ਨੂੰ ਹੋਰ ਰਾੜ ਦੇ। ਮੈਂ ਤੇਰੀਆਂ ਮਿੰਨਤਾਂ ਕਰਦਾ ਹਾਂ ਕਿ ਤੂੰ ਮੇਰੀਆਂ ਪੀੜਾਂ ਨੂੰ ਜਲਦੀ ਭੁੰਨ ਦੇ। ਇਸ ਲਈ ਮੈਂ ਕੀ ਕਹਿ ਰਿਹਾ ਹਾਂ ਕਿ ਤੂੰ ਮੇਰੀਆਂ ਪੀੜਾਂ ਦਾ ਪਰਾਗਾ ਜਿਹੜਾ ਹੈ ਉਹ ਛੇਤੀ ਭੁੰਨ ਕੇ ਮੈਨੂੰ ਵਿਹਲਾ ਕਰ ਤੇ ਮੈਂ ਛੇਤੀ ਜਾਵਾਂ। ਸੌਂ ਗਈਆਂ ਹਵਾਵਾਂ ਰੋ ਰੋ ਕੇ ਕਰ ਵਿਰਲਾਪਨੀ, ਤਾਰਿਆਂ ਨੂੰ ਚੜ ਗਿਆ ਮੱਠਾ ਮੱਠਾ ਤਾਪਨੀ, ਜੰਝ ਸਾਵਾਂ ਦੀ ਦਾ ਰੁੱਸ ਗਿਆ ਲਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ। ਤੈਨੂੰ ਦਿਆਂ ਹੰਝੂਆਂ ਦਾ ਪਹਾੜਾ, ਨੀ ਦੁੱਖਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ। ਇਸ ਵਿੱਚ ਕਵੀ ਕੀ ਕਹਿੰਦਾ ਹੈ ਕਿ ਹੇ ਭੱਠੀ ਵਾਲੀਏ, ਹੇ ਹੋਣੀ, ਮੈਨੂੰ ਤੇਰੇ ਕੋਲੋਂ ਪੀੜਾਂ ਰੂਪ ਦਾਣੇ ਭੁਨਾਉਣ ਆਇਆ ਬਹੁਤ ਦੇਰ ਹੋ ਗਈ ਹੈ। ਹੁਣ ਤਾਂ ਹਵਾਵਾਂ ਵੀ ਮੇਰੇ ਦੁਖੀ ਦਿਲ ਨੂੰ ਦੇਖ ਕੇ ਵਿਰਲਾਪ ਕਰਦੀਆਂ ਥੱਕ ਕੇ ਸੌਂ ਗਈਆਂ ਹਨ। ਮੇਰੇ ਦੁੱਖ ਕਾਰਨ ਹੀ, ਕਿਉਂਕਿ ਮੈਂ ਦੁਖੀ ਹਾਂ ਇਸ ਕਰਕੇ ਮੇਰੇ ਦੁੱਖ ਕਾਰਨ ਹੀ ਤਾਰੇ ਜਿਹੜੇ ਉਹਨਾਂ ਨੂੰ ਵੀ ਲੱਗਦਾ ਜਿਸ ਤਰ੍ਹਾਂ ਤਾਪ ਚੜ ਗਿਆ ਹੈ। ਮੇਰੇ ਸਾਵਾਂ ਦੀ ਜੰਝ ਦਾ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਲਾੜਾ ਹੀ ਰੁੱਸ ਗਿਆ ਹੋਵੇ। ਲੱਗਦਾ ਕੀ ਹੈ ਕਿ ਮੈਂ ਛੇਤੀ ਉਸ ਪ੍ਰੇਮਿਕਾ ਕੋਲ ਜਾਣਾ ਚਾਹੁੰਦਾ ਹਾਂ, ਪਰ ਮੇਰੇ ਸਾਹ ਜਿਹੜੇ ਆ ਉਹ ਹੱਲੇ ਵੀ ਖਤਮ ਨਹੀਂ ਹੋ ਰਹੇ। ਇਹਨਾਂ ਦਾ ਤਾਂ ਲਾੜਾ ਹੀ ਰੁੱਸ ਗਿਆ ਲੱਗਦਾ ਹੈ। ਫਲ ਸਵਰੂਪ ਕੀ ਹੈ, ਮੇਰੇ ਸਾਹ ਰੁਕ ਗਏ ਹਨ, ਮੌਤ ਨੇੜੇ ਆ ਗਈ ਹੈ। ਤੂੰ ਮੇਰਾ ਪੀੜਾਂ ਦਾ ਪਰਾਗਾ ਛੇਤੀ ਭੁੰਨ ਦੇ। ਮੈਂ ਤੈਨੂੰ ਹੰਝੂਆਂ ਦਾ ਪਹਾੜਾ ਦਿੰਦਾ ਹਾਂ ਤਾਂ ਜੋ ਮੈਂ ਛੇਤੀ ਮੁੱਕ ਜਾਵਾਂ। ਇਸ ਵਿੱਚ ਬੱਚਿਓ ਕੇਂਦਰੀ ਭਾਵ ਤੁਹਾਨੂੰ ਪੇਪਰ ਵਿੱਚ ਆਏਗਾ। ਉਸ 'ਚ ਤੁਸੀਂ ਲਿਖਣਾ ਹੈ ਕਿ ਗੀਤ ਕਵਿਤਾ ਸ਼ਿਵ ਕੁਮਾਰ ਬਟਾਲਵੀ ਜੀ ਦੀ ਰਚਨਾ ਹੈ। ਇਹ ਇੱਕ ਵਿਸ਼ਾਦ ਭਰਿਆ ਗੀਤ ਹੈ। ਇਸ ਦੇ ਵਿੱਚ ਬਿਰਹੀ ਪ੍ਰੀਤਮ ਪ੍ਰੇਮਿਕਾ ਦੇ ਬਿਰਹੋਂ ਕਾਰਨ ਇੰਨਾ ਦੁਖੀ ਤੇ ਵਿਸ਼ਾਦਗ੍ਰਸਤ ਹੁੰਦਾ ਹੈ ਕਿ ਉਹ ਚਾਹੁੰਦਾ ਹੈ ਕਿ ਹੁਣ ਉਸ ਦੇ ਇਹ ਸਾਵਾਂ ਦੀ ਲੜੀ ਜਿਹੜੀ ਹੈ ਉਹ ਖਤਮ ਹੋ ਜਾਵੇ ਤੇ ਉਸ ਦੇ ਬਿਰਹਾ ਦੀ ਭੱਠੀ ਦੇ ਵਿੱਚ ਇੰਨਾ ਉਹ ਭੁੰਨਿਆ ਜਾਵੇ ਕਿ ਉਹ ਛੇਤੀ ਮਰ ਜਾਵੇ। ਧੰਨਵਾਦ ਬੱਚਿਓ।